ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਮਾਂ ਬੋਲੀ ਪੰਜਾਬੀ ਦਾ ਨਿੱਕਾ ਜਿਹਾ ਸੇਵਕ ਡਾਕਟਰ ਐਮ.ਐਚ. ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਵੰਡ ਦੀ ਕਿਸ਼ਤ ਨੰਬਰ 102 ਦੇ ਨਾਲ। ਤੇ ਅੱਜ ਇਹਦੇ ਸ਼ਾਮਲ ਹੈ ਜੀ ਕਹਾਣੀ ਨੰਬਰ 65। ਕਹਾਣੀ ਹੈ ਨਿੱਕੀ ਈਦ ਤੇ ਦੋ ਕੁਰਬਾਨੀਆਂ। ਤੇ ਇਸ ਕਹਾਣੀ ਦੇ ਲਿਖਿਆਰ ਨੇ ਜਾਵੇਦ ਪੰਛੀ जी। ਤੇ ਆਓ ਫਿਰ ਕਹਾਣੀ ਸ਼ੁਰੂ ਕਰਨੇ। ਚਾਚਾ ਜੀ A.R. ਚੌਧਰੀ ਮੇਰੇ ਨਾਲ ਦੇ ਸੋਫੇ ਤੇ ਬੈਠੇ ਮੈਨੂੰ ਕਹਾਣੀ ਸੁਣਾ ਰਹੇ ਸਨ। ਉਹਨਾਂ ਦੀ ਆਵਾਜ਼ ਕਿਧਰੋਂ ਦੂਰੋਂ ਆਉਂਦੀ ਲੱਗਦੀ ਸੀ। ਕਈ ਵਾਰ ਉਹਨਾਂ ਦੀਆਂ ਅੱਖਾਂ ਸੌਣ ਦੀ ਝੜੀ ਵਾਂਗ ਵਰਨ ਲੱਗ ਜਾਂਦੀਆਂ। ਤਸਬੀਹ ਦੇ ਮੋਤੀਆਂ ਵਾਂਗ ਅਥਰੂਆਂ ਦੀ ਇੱਕ ਲੜੀ ਚੱਲਣ ਲੱਗ ਪੈਂਦੀ। ਉਹਨਾਂ ਦੀ ਆਵਾਜ਼ ਭਾਰੀ ਹੋ ਜਾਂਦੀ। ਇੰਜ ਲੱਗਦਾ ਸੀ ਜਿਸ ਤਰ੍ਹਾਂ ਉਹਨਾਂ ਦੇ ਸੀਨੇ ਵਿੱਚ ਕੋਈ ਬਹੁਤ ਵੱਡਾ ਦੁੱਖ, ਬਹੁਤ ਵੱਡਾ ਸਦਮਾ ਹੋਵੇ। ਜਿਸ ਤਰ੍ਹਾਂ ਉਹਨਾਂ ਦੇ ਸਿਰ 'ਤੇ ਕੋਈ ਤਲਵਾਰ ਵਾਲਾ ਬੰਦਾ ਖਲੋਤਾ ਹੋਵੇ ਤੇ ਇਹ ਆਖੇ ਭਈ ਖਬਰਦਾਰ, ਜੇ ਤੂੰ ਉੱਚੀ ਆਵਾਜ਼ ਕੱਢੀ ਤੇ ਤੇਰਾ ਸਿਰ ਲਾ ਦੇਵਾਂਗਾ। ਸ਼ਾਇਦ ਉਹਨਾਂ ਨੂੰ ਇਹ ਡਰ ਸੀ ਕਿ ਉਹਨਾਂ ਦੀ ਬੈਠਕ ਤੋਂ ਬਾਹਰ ਹਿੰਦੂਆਂ ਦਾ ਕੋਈ ਜੱਥਾ ਫਿਰ ਰਿਹਾ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਬਰਛੀਆਂ, ਟਕਵੇ, ਤਲਵਾਰਾਂ ਤੇ ਬਲਵੇ ਹੋਣ। ਜੇ ਕਿਧਰੇ ਚਾਚਾ ਜੀ A.R. ਚੌਧਰੀ ਦੀ ਆਵਾਜ਼ ਉੱਚੀ ਹੋ ਗਈ ਤੇ ਉਸ ਜੱਥੇ ਨੂੰ ਪਤਾ ਲੱਗ ਜਾਣਾ ਤੇ ਉਹਨਾਂ ਅੰਦਰ ਆ ਵੜਨਾ। ਇੱਕ ਵਾਰੀ ਫੇਰ ਕਤਲੋ ਗਾਰਤਗਰੀ ਦਾ ਬਾਜ਼ਾਰ ਗਰਮ ਹੋ ਜਾਣਾ। ਸ਼ਾਇਦ ਇਸੇ ਪਾਰੋਂ ਚਾਚਾ ਜੀ ਦੀ ਆਵਾਜ਼ ਸਹਿਮੀ ਸਹਿਮੀ ਸੀ। ਉਹ ਵੇਲਾ, ਉਹ ਮੰਜ਼ਰ, ਉਹ ਲਮਹਾ ਕਿਸੇ ਵੇਲੇ ਵੀ ਮੇਰੀਆਂ ਅੱਖਾਂ ਤੋਂ ਓਹਲੇ ਨਹੀਂ ਹੁੰਦਾ। ਮੇਰੀ ਹਜ਼ਾਰ ਕੋਸ਼ਿਸ਼ ਦੇ ਬਾਵਜੂਦ ਮੈਂ ਉਸ ਵਾक़ੇ ਨੂੰ ਭੁੱਲਣ ਦੀ ਜਿੰਨੀ ਕੋਸ਼ਿਸ਼ ਕਰਨਾ ਵਾਂ, ਉਹ ਸਦਮਾ ਉਸੇ ਸ਼ਿੱਦਤ ਨਾਲ ਮੇਰੇ ਸਾਹਮਣੇ ਆ ਖਲੋਂਦਾ ਹੈ। ਅਕਸਰ ਰਾਤ ਨੂੰ ਮੇਰੇ ਖ਼ਾਬ ਵਿੱਚ ਉਹ ਜੱਥਾ ਆ ਵੜਦਾ। 75 ਵਰ੍ਹੇ ਗੁਜ਼ਰਨ ਤੋਂ ਬਾਅਦ ਵੀ ਗੋਰਖਾ ਮਿਲਟਰੀ ਦੀਆਂ ਬੰਦੂਕਾਂ 'ਚੋਂ ਨਿਕਲੀਆਂ ਗੋਲੀਆਂ ਦੀ ਤੜਤੜਾਹਟ ਮੇਰੇ ਕੰਨ ਪਾੜ ਦਿੰਦੀ ਹੈ। ਮੇਰੀ ਨੀਂਦਰ ਟੁੱਟ ਜਾਂਦੀ ਹੈ। ਮੈਂ ਸੋਚਣ 'ਤੇ ਮਜਬੂਰ ਹੋ ਜਾਣਾ ਕਿ ਮੇਰੀ ਵੱਡੀ ਭੈਣ ਸਰਦਾਰਾਂ ਦਾ ਕਸੂਰ ਕੀ ਸੀ। ਉਹ ਸਰਦਾਰਾਂ ਜਿਹੜੀ ਸਾਡੇ ਘਰ ਵਿੱਚ ਸਭ ਤੋਂ ਵੱਧ ਸਿਆਣੀ ਸੀ। ਹਰ ਆਏ ਗਏ ਦੀ ਟਹਿਲ ਸੇਵਾ ਕਰਨ, ਵੱਡਿਆਂ ਦੀ ਇੱਜ਼ਤ ਆਦਰ ਕਰਨ ਤੇ ਛੋਟਿਆਂ ਨੂੰ ਪਿਆਰ ਕਰਨ ਵਿੱਚ ਉਹਦਾ ਕੋਈ ਜੋੜ ਨਹੀਂ ਸੀ। ਸਗੋਂ ਮਹੱਲੇ ਦੀਆਂ ਸਾਰੀਆਂ ਬੁੱਢੀਆਂ ਮਾਈਆਂ ਸਰਦਾਰਾਂ ਦੀ ਸ਼ਰਾਫਤ ਤੇ ਪ੍ਰਾਹੁਣਚਾਰੀ ਦੀਆਂ ਮਿਸਾਲਾਂ ਦਿੰਦੀਆਂ ਸਨ। ਨਾ ਸਿਰਫ ਸਾਡੇ ਮਹੱਲੇ ਦੀਆਂ ਉਹਦੀਆਂ ਹਾਨਣਾ ਤੇ ਵਡੇਰੀਆਂ ਮਾਈਆਂ, ਸਗੋਂ ਉਹਦੇ ਸਹੁਰੇ ਘਰ ਵਿੱਚ ਵੀ ਉਹਦੀ ਬਹੁਤ ਚੌਖੀ ਇੱਜ਼ਤ ਆਦਰ ਸੀ। 14 ਤੇ 15 ਅਗਸਤ ਦੀ ਦਰਮਿਆਨੀ ਰਾਤ 1947 ਯਾਨੀ 27 ਰਮਜ਼ਾਨ ਨੂੰ ਅੱਧੀ ਕੁ ਰਾਤ ਵੇਲੇ ਅੰਗਰੇਜ਼ੀ ਸਰਕਾਰ ਵੱਲੋਂ ਪਾਕਿਸਤਾਨ ਬਣਨ ਦਾ ਐਲਾਨ ਕੀਤਾ ਗਿਆ। ਮੁਸਲਮਾਨਾਂ ਨੇ ਇਸ ਖੁਸ਼ੀ ਦਾ ਪੂਰੀ ਤਰ੍ਹਾਂ ਆਨੰਦ ਵੀ ਨਹੀਂ ਸੀ ਮਾਣਿਆ ਕਿ ਦੂਜੇ ਪਾਸੇ ਜੱਥਿਆਂ ਵੱਲੋਂ ਆਪਣੇ ਤੌਰ 'ਤੇ ਹੀ ਇਹ ਐਲਾਨ ਕਰ ਦਿੱਤਾ ਗਿਆ ਕਿ ਸਾਰੇ ਮੁਸਲਮਾਨ ਆਪਣਾ ਮਾਲ ਡੰਗਰ, ਭੋਏ ਭਾਂਡਾ ਸਭ ਕੁਝ ਇੱਥੇ ਹੀ ਛੱਡ ਕੇ ਪਾਕਿਸਤਾਨ ਚਲੇ ਜਾਣ। ਪਰ ਅਸਾਂ ਤਾਂ ਸੁਣਿਆ ਸੀ ਕਿ ਗੁਰਦਾਸਪੁਰ ਪਾਕਿਸਤਾਨੀ ਹੱਦਾਂ ਵਿੱਚ ਆਵੇਗਾ। ਮੇਰੀ ਮਾਂ ਨੇ ਮੇਰੇ ਅੱਬਾ ਜੀ ਨੂੰ ਮੁਖਾਤਬ ਕਰਦਿਆਂ ਆਖਿਆ, ਭਲੀਏ ਲੋਕੇ, ਸੁਣਿਆ ਤੇ ਅਸੀਂ ਵੀ ਇਹ ਹੀ ਸੀ, ਪਰ ਹੁਣ ਕਹਿੰਦੇ ਨੇ ਪਾਕਿਸਤਾਨ ਰਾਵੀਓਂ ਪਾਰ ਤੋਂ ਸ਼ੁਰੂ ਹੁੰਦਾ ਹੈ। ਮੇਰੇ ਅੱਬਾ ਜੀ ਨੇ ਮੇਰੀ ਮਾਂ ਨੂੰ ਜਵਾਬ ਦਿੱਤਾ, ਬਸ ਤੁਸੀਂ ਸਾਰੇ ਆਪਣਾ ਕੁਝ ਜ਼ਰੂਰੀ ਸਮਾਨ ਲਵੋ ਤੇ ਕੁੜੀਆਂ ਮੁੰਡਿਆਂ ਨੂੰ ਨਾਲ ਲੈ ਕੇ ਨਿਕਲਣ ਵਾਲੀ ਗੱਲ ਕਰੋ। ਮੇਰੇ ਅੱਬਾ ਜੀ ਨੇ ਡਰੇ ਤੇ ਸਹਿਮੇ ਜਿਹੇ ਲਹਿਜੇ ਵਿੱਚ ਮੇਰੀ ਮਾਂ ਨੂੰ ਹੁਕਮ ਦਿੱਤਾ। ਮਾੜੀ ਕਿਸਮਤ ਨੂੰ ਉਸ ਦਿਹਾੜੇ ਭੈਣ ਸਰਦਾਰਾਂ ਆਪਣੇ ਦੋ ਪੁੱਤਰਾਂ ਇਬਰਾਹੀਮ ਤੇ ਇਸਮਾਈਲ ਸਣੇ ਸਾਡੇ ਘਰ ਆਈ ਹੋਈ ਸੀ। ਅੱਬਾ ਜੀ ਨੇ ਸਰਦਾਰਾਂ ਨੂੰ ਵੀ ਸਲਾਹ ਦਿੱਤੀ, ਧੀਏ ਤੂੰ ਵੀ ਸਾਡੇ ਨਾਲ ਹੀ ਪਾਕਿਸਤਾਨ ਚੱਲ। ਉਸ ਤੋਂ ਬਾਅਦ ਸਾਨੂੰ ਆਪਣੀ ਮਿੱਟੀ, ਆਪਣੀ ਜੰਮਣ ਭੋਏ ਡੁਗਰੀ ਪਿੰਡ, ਮਾਲ ਡੰਗਰ, ਪੱਕੇ ਮਕਾਨ ਤੇ ਪਿੰਡ ਦੀ ਨਿਆਈ ਵਿੱਚ ਮੌਜੂਦ ਪੈੜੀਆਂ ਸਭ ਕੁਝ ਛੱਡ ਕੇ ਪਾਕਿਸਤਾਨ ਜਾਣਾ ਸੀ। ਅਸੀਂ ਪਰ ਇਸ ਦੇ ਬਾਵਜੂਦ ਇੱਕ ਖੁਸ਼ੀ ਜਿਹੀ ਸੀ ਕਿ ਚਲੋ ਸਾਡਾ ਇੱਕ ਵੱਖਰਾ ਦੇਸ਼ ਬਣ ਗਿਆ, ਜਿੱਥੇ ਅਸੀਂ ਇਸਲਾਮੀ ਅਸੂਲਾਂ ਦੇ ਮੁਤਾਬਕ ਅਸੀਂ ਆਪਣੀ ਹਯਾਤੀ ਆਪਣੀ ਮਰਜ਼ੀ ਤੇ ਆਜ਼ਾਦੀ ਨਾਲ ਗੁਜ਼ਾਰਾਂਗੇ। ਸਾਡੇ ਆਲ ਦੁਆਲ ਦੇ ਪਿੰਡਾਂ ਵਿੱਚ ਮਾਰ ਧਾੜ ਦੀਆਂ ਖਬਰਾਂ ਗਰਮ ਹੋਣ ਲੱਗ ਪਈਆਂ ਤੇ ਅਸੀਂ ਆਪਣੇ ਜੀਆ ਜੰਤ ਸਣੇ ਟੁਰ ਪਏ। ਸਾਡੇ ਟੱਬਰ ਦੇ ਇਸ ਸੰਗ ਵਿੱਚ ਮੇਰੇ ਅੱਬਾ ਜੀ, ਮੈਂ, ਮੇਰੀ ਭੈਣ ਸਰਦਾਰਾਂ, ਉਹਦੇ ਦੋ ਪੁੱਤਰ ਇਬਰਾਹੀਮ ਤੇ ਇਸਮਾਈਲ, ਮੇਰਾ ਵੱਡਾ ਭਰਾ ਤੇ ਉਹਦਾ ਇੱਕ ਪੁੱਤਰ, ਚਾਚਾ ਜੀ ਤੇ ਉਹਨਾਂ ਦਾ ਪੁੱਤਰ, ਸਰਦਾਰਾਂ ਤੋਂ ਛੋਟੀਆਂ ਦੋ ਭੈਣਾਂ ਸਹਿਰਾਂ ਤੇ ਆਲਮੇ, ਸਹਿਰਾਂ ਦਾ ਇੱਕ ਪੁੱਤਰ ਤੇ ਮੇਰੀ ਮਾਂ ਵੀ ਸ਼ਾਮਲ ਸੀ। ਸਾਡਾ ਤਾਲੁਕ ਵਾਈ ਵਨ ਟਾਬਰੀ ਨਾਲ ਸੀ। ਗੱਡੇ ਦੇ ਚੂਲੇ ਹੇਠ ਢੱਗੇ ਜੋੜ ਕੇ ਕੁਝ ਜ਼ਰੂਰੀ ਸਮਾਨ ਗੱਡੇ ਉੱਤੇ ਲੱਦ ਕੇ ਅਸੀਂ ਸਾਰੇ ਇੱਕ ਕਾਫਲੇ ਦੀ ਸ਼ਕਲ ਵਿੱਚ ਗੁਰਦਾਸਪੁਰ ਤੋਂ 4 ਮੀਲ ਦਾ ਪੈਂਡਾ ਕਰਕੇ ਰਾਵੀ ਦੇ ਪੱਤਨ ਤੀਕਰ
ਔਖੇ ਸੌਖੇ ਹੋ ਕੇ ਅੱਪੜ ਗਏ ਸਨ। ਇਸ ਗੱਲ 'ਤੇ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਸਾਂ ਕਿ ਅਸੀਂ ਇਸ 4 ਮੀਲ ਦੇ ਪੈਂਡੇ ਵਿੱਚ ਸਾਡੇ ਨਾਲ ਕੋਈ ਅਜਿਹੀ ਅਣਹੋਣੀ ਨਹੀਂ ਸੀ ਵਰਤੀ। ਅਸੀਂ ਹਾਲੇ ਸੋਚ ਰਹੇ ਸਾਂ ਕਿ ਪਿਛਲਾ ਪੈਂਡਾ ਅਸੀਂ ਔਖੇ ਸੌਖੇ ਕੱਟ ਲਿੱਤਾ ਹੈ, ਪਰ ਹਾਲੇ ਇੱਕ ਹੋਰ ਬਹੁਤ ਵੱਡਾ ਇਮਤਿਹਾਨ ਸਾਡੇ ਸਾਹਮਣੇ ਸੀ। ਯਾਨੀ ਰਾਵੀ ਪਾਰ ਕਰਨਾ ਬਹੁਤ ਵੱਡਾ ਅੜਿੱਕਾ ਸੀ। ਕਿਉਂ ਜੀ? ਉਹਨਾਂ ਦਿਨਾਂ ਵਿੱਚ ਬਾਰਿਸ਼ਾਂ ਹੋ ਰਹੀਆਂ ਸਨ ਅਤੇ ਦਰਿਆ ਕੰਢਿਆਂ ਤੋਂ ਬਾਹਰ ਨਿਕਲ ਕੇ ਵਗ ਰਿਹਾ ਸੀ। ਉਸ ਵੇਲੇ ਦਰਿਆ ਚਾਗ ਕੇ ਪਾਰ ਕਰਨ ਦੀ ਸੋਚ ਆਪਣੀ ਜਾਨ ਨਾਲ ਖੇਡਣ ਵਾਲੀ ਗੱਲ ਸੀ। ਕੀ ਕਰਦੇ? ਪਰ ਕਿਸੇ ਵੀ ਤਰ੍ਹਾਂ ਜ਼ੁਲਮ ਦੇ ਦਰਿਆ ਨੂੰ ਪਾਰ ਕਰਨ ਬਾਅਦ ਜ਼ੋਰਾਵਰ ਪਾਣੀ ਨਾਲ ਵਗਦੇ ਦਰਿਆ ਨੂੰ ਪਾਰ ਕਰਨਾ ਹੀ ਪੈਣਾ ਸੀ, ਕਿਉਂ ਜੇ ਪਾਕਿਸਤਾਨ ਵਿਚਲਾ ਮਹਾਜਰ ਕੈਂਪ ਰਾਵੀ ਤੋਂ ਪਾਰ ਸੀ। ਅਸੀਂ ਹਾਲੇ ਰਾਵੀ ਪਾਰ ਕਰਨ ਦੀਆਂ ਸਲਾਹਾਂ ਬਣਾ ਰਹੇ ਸਾਂ ਕਿ ਰਾਵੀ ਗੱਡੇ ਸਣੇ ਪਾਰ ਕੀਤੀ ਜਾਏ ਜਾਂ ਗੱਡਾ ਇੱਥੇ ਹੀ ਛੱਡ ਦਿੱਤਾ ਜਾਏ। ਇੰਨੇ ਚਿਰ ਨੂੰ ਪਿੱਛੋਂ ਇੱਕਦਮ ਗੋਲੀਆਂ ਦੀ ਤੜਤੜਾਹਟ ਸੁਣੀ। ਇਹ ਨਹੀਂ ਪਤਾ ਕਿ ਉਹ ਗੋਲੀਆਂ ਗੋਰਖਾ ਫੌਜੀਆਂ ਨੇ ਚਲਾਈਆਂ ਸਨ ਜਾਂ ਕਿਸੇ ਧਾੜਵੀ ਜੱਥੇ ਨੇ। ਸਰਦਾਰਾਂ ਸਾਰੇ ਭੈਣ ਭਰਾਵਾਂ ਵਿੱਚੋਂ ਵੱਡੀ ਤੇ ਚੋਖੀ ਸਿਆਣੀ ਸੀ। ਇਸ ਪਾਰੋਂ ਉਹ ਸਾਨੂੰ ਅੱਗੇ ਟੁਰਨ ਦਾ ਕਹਿ ਕੇ ਆਪ ਸਾਡੇ ਪਿੱਛੇ ਟੁਰਦੀ ਪਈ ਸੀ। ਇਹ ਉਹਦੀ ਆਦਤ ਸੀ ਕਿ ਉਹ ਘਰ ਵਿੱਚ ਵੀ ਹਰ ਵੇਲੇ ਆਪਣੇ ਆਪ ਨੂੰ ਜ਼ਿੰਮੇਦਾਰ ਸਾਬਤ ਕਰਨ 'ਤੇ ਤੁੱਲੀ ਰਹਿੰਦੀ ਸੀ। ਮੇਰੀ ਮਾਂ ਦੱਸਦੀ ਸੀ ਕਿ ਸਰਦਾਰਾਂ ਦੇ ਵਿਆਹ ਤੋਂ ਪਹਿਲਾਂ ਅੱਬਾ ਜੀ ਨੇ ਘਰ ਦਾ ਸਾਰਾ ਨਿਜ਼ਾਮ ਉਹਦੇ ਹੱਥ ਦਿੱਤਾ ਹੋਇਆ ਸੀ। ਡੇਰਾ ਅੱਬਾ ਜੀ ਚਲਾਉਂਦੇ ਸਨ, ਜਦੋਂ ਕਿ ਘਰ ਸਰਦਾਰਾਂ ਚਲਾਉਂਦੀ ਸੀ। ਖੋਰੇ ਉਹਨੇ ਆਪਣੀ ਇਸੇ ਆਦਤ ਪਾਰੋਂ ਮਾਂ ਪਿਓ ਨੂੰ ਵੀ ਆਖਿਆ ਕਿ ਤੁਸੀਂ ਸਾਰੇ ਅੱਗੇ ਟੁਰੋ, ਤੁਹਾਡੇ ਪਿੱਛੇ ਪਿੱਛੇ ਮੈਂ ਵੀ ਆ ਰਹੀ ਹਾਂ। ਅੱਬਾ ਜੀ, ਮਾਂ ਜੀ, ਮੇਰੀ ਭੈਣ ਆਲਮੇ ਅਤੇ ਮੈਂ, ਅਸੀਂ ਸਾਰੇ ਗੱਡੇ 'ਤੇ ਲੱਦੇ ਹੋਏ ਸਮਾਨ ਉੱਤੇ ਬੈਠੇ ਸਾਂ ਅਤੇ ਬਾਕੀ ਸਾਰਾ ਟੱਬਰ ਪਿੱਛੇ ਪੈਦਲ ਆ ਰਿਹਾ ਸੀ। ਅਚਨਚੇਤ ਸਰਦਾਰਾਂ ਦੀ ਚੀਕ ਨਿਕਲੀ। ਅਸਾਂ ਮੁੜ ਕੇ ਵੇਖੇ, ਉਹ ਜ਼ਮੀਨ 'ਤੇ ਡਿੱਗੀ ਤੜਫ ਰਹੀ ਸੀ। ਉਹ ਹਾਲੇ ਤਕਲੀਫ ਦੀ ਸ਼ਿੱਦਤ ਨਾਲ ਕੁਰਲਾ ਰਹੀ ਸੀ ਕਿ ਉਹਦਾ ਪੁੱਤਰ ਇਬਰਾਹੀਮ ਆਪਣੀ ਮਾਂ ਨੂੰ ਵੇਖਣ ਲਈ ਅੱਗੇ ਵਧਿਆ। ਅਸਲੋਂ ਉਸੇ ਵੇਲੇ ਇੱਕ ਅੰਨੀ ਬੋਲੀ ਗੋਲੀ ਉਹਨੂੰ ਵੀ ਚੀਰਦੀ ਹੋਈ ਲੰਘ ਗਈ। ਇਬਰਾਹੀਮ ਵੀ ਉੱਥੇ ਡਿੱਗ ਪਿਆ। ਫਿਰ ਸਾਡੇ ਵੇਖਦਿਆਂ ਹੀ ਪਤਾ ਨਹੀਂ ਕਿੱਥੋਂ ਧਾੜਵੀਆਂ ਦਾ ਇੱਕ ਜੱਥਾ ਆਇਆ, ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ, ਬਰਛੀਆਂ, ਟਕਵੇ ਤੇ ਬਲਵੇ ਸਨ। ਉਹਨਾਂ ਨੇ ਆਉਂਦਿਆਂ ਹੀ ਸਰਦਾਰਾਂ ਤੇ ਉਹਦੇ ਪੁੱਤਰ ਇਬਰਾਹੀਮ 'ਤੇ ਹਮਲਾ ਕਰ ਦਿੱਤਾ। ਸਰਦਾਰਾਂ ਨੂੰ ਉਸ ਜੱਥੇ ਤੋਂ ਬਚਾਉਣ ਲਈ ਸੈਰਾਂ ਦੌੜ ਕੇ ਉੱਧਰ ਗਈ, ਪਰ ਉਹਦੀ ਖੱਬੀ ਬਾਂਹ 'ਤੇ ਬਰਛੀ ਵੱਜੀ ਤੋਂ ਚੀਕਾਂ ਮਾਰਦੀ ਪਿਛਾਂਹ ਨੂੰ ਦੌੜੀ। ਬਸ ਫਿਰ ਸਾਨੂੰ ਸਾਰਿਆਂ ਨੂੰ ਆਪਣੀਆਂ ਜਾਨਾਂ ਬਚਾਉਣ ਦੀ ਪੈ ਗਈ। ਸਾਡੇ ਸਮਾਨ ਵਿੱਚ ਇੱਕ 50 ਕੁ ਗਜ਼ ਲੰਮਾ ਰੱਸਾ ਹੈ ਸੀ। ਅਸੀਂ ਉਸੇ ਰੱਸੇ ਦਾ ਇੱਕ ਸਿਰਾ ਗੱਡੇ ਨਾਲ ਬੰਨ੍ਹਿਆ ਅਤੇ ਦੂਜੇ ਪਾਸਿਓਂ ਰੱਸਾ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲਿਆ। ਮੇਰੀ ਉਮਰ ਉਸ ਵੇਲੇ ਕੋਈ 5 ਜਾਂ 6 ਵਰ੍ਹੇ ਹੋਵੇਗੀ। ਮੇਰੇ ਅੱਬਾ ਜੀ ਨੇ ਮੈਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਬਸ ਫਿਰ ਕੀ, ਇਸ ਤੋਂ ਪਹਿਲਾਂ ਕਿ ਜੱਥਾ ਸਾਡੇ ਤਾਂ ਹੀ ਪੜਦਾ, ਅਸਾਂ ਰਾਵੀ ਵਿੱਚ ਛਾਲਾਂ ਮਾਰ ਦਿੱਤੀਆਂ। ਅਸਾਂ ਸਾਰਿਆਂ ਰੱਸੇ ਨੂੰ ਘੁੱਟ ਕੇ ਫੜਿਆ ਹੋਇਆ ਸੀ, ਪਰ ਕਦੋਂ ਤੱਕ? ਇਸ ਤੋਂ ਪਹਿਲਾਂ ਕਿ ਪਾਣੀ ਦੇ ਜ਼ੋਰ ਨਾਲ ਸਾਡੇ ਹੱਥਾਂ ਵਿੱਚੋਂ ਰੱਸਾ ਛੁੱਟ ਜਾਂਦਾ ਅਤੇ ਰਾਵੀ ਦੀਆਂ ਮੂੰਹ ਜ਼ੋਰ ਛੱਲਾਂ ਸਾਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ। ਸਾਨੂੰ ਰਾਵੀ ਦੀਆਂ ਡੋਬੂ ਛੱਲਾਂ ਨਾਲ ਲੜਦਿਆਂ ਵੇਖ ਕੇ ਪਾਕਿਸਤਾਨੀ ਫੌਜੀ ਸਾਡੀ ਮਦਦ ਵਾਸਤੇ ਇੱਕ ਬੇੜੀ 'ਤੇ ਸਵਾਰ ਆ ਗਏ। ਰੱਬ ਨੇ ਸਬੱਬ ਲਾਇਆ ਅਤੇ ਅਸੀਂ ਰਾਵੀ ਦਰਿਆ ਦੇ ਉਸ ਪਾਰ ਅੱਪੜ ਗਏ। ਪਰ ਮੇਰੀ ਉਹ ਸਿਆਣੀ ਅਤੇ ਵੱਡੀ ਭੈਣ ਸਰਦਾਰਾਂ ਅਤੇ ਉਹਦਾ ਪੁੱਤਰ ਇਬਰਾਹੀਮ ਰਾਵੀ ਦੇ ਪਤਨ ਅਤੇ ਧਾੜਵੀ ਜੱਥੇ ਇੱਥੋਂ ਸ਼ਹੀਦ ਹੋ ਗਏ। ਸਰਦਾਰਾਂ ਦੇ ਵਿਛੜ ਜਾਣ ਦਾ ਮੰਜ਼ਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਬੇਸ਼ੱਕ ਮੈਂ ਉਸ ਵੇਲੇ ਛੋਟਾ ਸਾਂ, ਪਰ ਉਹ ਮੰਜ਼ਰ ਮੇਰੇ ਲਾਸ਼ਊਰ ਵਿੱਚ ਅਜਿਹਾ ਨਕਸ਼ ਹੋਇਆ ਕਿ ਅੱਜ ਤਾਈਂ ਭੁੱਲਣਾ ਤੇ ਕੀ, ਇੱਕ ਲਮਹੇ ਲਈ ਵੀ ਅੱਖਾਂ ਤੋਂ ਪਰੇਰੇ ਨਹੀਂ ਹੁੰਦਾ। ਬੜੀ ਵਾਰ ਮੈਂ ਉਸ ਮੰਜ਼ਰ ਨੂੰ ਭੁੱਲਣ ਦੀ ਕੋਸ਼ਿਸ਼ ਵੀ ਕੀਤੀ। ਅਕਸਰ ਰਾਤ ਨੂੰ ਸੁੱਤਿਆਂ ਹੋਇਆਂ ਖਾਬ ਵਿੱਚ ਉਹ ਜੱਥੇ ਬਰਛੀਆਂ, ਛਵੀਆਂ, ਟਕਵਿਆਂ, ਤਲਵਾਰਾਂ ਅਤੇ ਬਲਵਿਆਂ ਨਾਲ ਸਰਦਾਰਾਂ ਨੂੰ ਮਾਰ ਰਹੇ ਹੁੰਦੇ ਨੇ। ਅਸੀਂ ਆਪਣੇ ਘਰ ਦਾ ਬੂਹਾ ਤੇ ਪਹਿਲੋਂ ਹੀ ਖੁੱਲ੍ਹਾ ਛੱਡ ਆਏ ਸਾਂ। ਉਸ ਵੇਲੇ ਸਾਡੀ ਕੁੱਲ ਜਾਇਦਾਦ ਉਹੀ ਹੀ ਸੀ ਜਿਹੜਾ ਸਮਾਨ ਉਸ ਗੱਡੇ 'ਤੇ ਲੱਦਿਆ ਸੀ, ਪਰ ਉਹ ਵੀ ਗੱਡੇ 'ਤੇ ਢੱਗਿਆਂ ਸਣੇ ਰਾਵੀ ਤੋਂ ਪਰਲੇ ਪਾਰ ਛੱਡਣਾ ਪਿਆ ਸੀ। ਗਰੀਬੀ ਅਤੇ ਮੜਿੱਤਨ ਦੀ ਹਾਲਤ ਵਿੱਚ ਜਦੋਂ ਅਸੀਂ ਪਾਕਿਸਤਾਨ ਅੱਪੜੇ, ਉਸ ਤੋਂ ਅਗਲੇ ਦਿਨ ਨਿੱਕੀ ਈਦ ਸੀ, ਜਿਹਨੂੰ ਈਦ ਫਿਤਰ ਕਹਿੰਦੇ ਨੇ। ਨਿੱਕੀ ਈਦ 'ਤੇ ਕੁਰਬਾਨੀ ਤਾਂ ਨਹੀਂ ਕੀਤੀ ਜਾਂਦੀ। ਫਿਰ ਇੰਝ ਕੀ ਹੋਇਆ ਕਿ ਨਿੱਕੀ ਈਦ ਵਾਲੇ ਦਿਹਾੜ ਤੋਂ ਪਹਿਲਾਂ ਹੀ ਸਾਨੂੰ ਆਪਣੇ ਕੁਨਬੇ ਦੇ 2 ਜੀਅ ਕੁਰਬਾਨ ਕਰਨੇ ਪਏ, ਇੱਕ ਸਰਦਾਰਾਂ ਅਤੇ ਦੂਜਾ ਉਹਦਾ ਪੁੱਤਰ ਇਬਰਾਹੀਮ। ਦੂਜਾ ਵੱਡਾ ਦੁੱਖ ਇਹ ਕਿ ਉਹਨਾਂ ਦੋਵਾਂ ਨੂੰ ਕਫਨ ਦਫਨ ਤੋਂ ਬਗੈਰ ਰਾਵੀ ਦੇ ਪਰਲੇ ਕੰਢੇ ਦੀ ਰੇਤ 'ਤੇ ਲਹੂ ਲੁਹਾਨ ਛੱਡ ਕੇ ਆਉਣਾ ਪਿਆ। ਅੱਜ ਵੀ ਇਹ ਸੋਚ ਕੇ ਮੈਨੂੰ ਕੰਬਣੀ ਜਿਹੀ ਛਿੜ ਜਾਂਦੀ ਹੈ।
ਕਿ ਮੇਰੀ ਭੈਣ ਤੇ ਭਣੇਵੇਂ ਦੀਆਂ ਲਾਸ਼ਾਂ ਕੁੱਤੇ ਬਿੱਲੀਆਂ ਹੀ ਖਾਧੀਆਂ ਹੋਣਗੀਆਂ। ਉਹਨਾਂ ਦੋਵਾਂ ਦੇ ਵਿਛੜ ਜਾਣ ਦਾ ਬਹੁਤ ਹੀ ਰਖੇ। ਇਹ ਵੱਖਰੀ ਗੱਲ ਹੈ ਕਿ ਭੈਣ ਸਰਦਾਰਾਂ ਦਾ ਇੱਕ ਪੁੱਤਰ ਇਸਮਾਈਲ ਹਾਲੇ ਤੱਕ ਜੀਂਦਾ ਹੈ। ਜੀਂਦਾ ਤੇ ਹੈ, ਪਰ ਉਹਨੂੰ ਆਪਣੀ ਮਾਂ ਤੇ ਆਪਣੇ ਭਰਾ ਦੀ ਮੌਤ ਦਾ ਅਜਿਹਾ ਸਦਮਾ ਲੱਗਾ ਕਿ ਸਿਆਣੀ ਉਮਰ ਦਾ ਹੋ ਗਿਆ, ਪਰ ਹੁਣ ਤੱਕ ਕਈ ਵਾਰੀ ਗੱਲ ਕਰਦਾ ਕਰਦਾ ਡਰ ਜਾਂਦਾ ਹੈ। ਤੇ ਲਓ ਬੇਲੀਓ, ਇਹ ਸੀ ਵੰਡ ਦੀ ਕਿਸ਼ਤ ਨੰਬਰ 102।